ਸਾਡਾ ਦੇਸ਼ ਜਿਹੜਾ ਹੈ ਜਿਹਨੂੰ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਇਹ ਅੱਜੇ ਨਹੀਂ ਬਣਿਆ ਹੈ, ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਿ ਕੇਂਦਰ ਨੂੰ ਇਹ ਚੀਜ਼, ਉਹਦੇ ਕੋਲ ਰਿਸੋਰਸਿਸ ਬਹੁਤ ਹੈ, ਉਹਦੇ ਕੋਲ ਪਾਵਰ ਬਹੁਤ ਹੈ, ਉਹਦੇ ਕੋਲ ਦਿਮਾਗ ਬਹੁਤ ਹੈ, ਉਹਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ। ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਜਿਹੜੇ ਲੋਕ SEBC ਹਨ, ਸੋਸ਼ਲੀ, ਐਜੂਕੇਸ਼ਨਲੀ ਐਂਡ ਬੈਕਵਰਡ ਹਨ, ਪਿਆਰੇ ਦੇਸ਼ ਵਾਸੀਓ, ਅੱਜ ਅਸੀਂ ਵਿਚਾਰ ਕਰ ਰਹੇ ਹਾਂ ਕਿ ਸਾਡੇ ਦੇਸ਼ ਦੇ ਵਿੱਚ 1901 ਤੋਂ ਸ਼ੁਰੂ ਹੋਈ ਜਨਗਣਨਾ ਜਿਹੜੀ ਹੈ ਉਹਦੇ ਬਾਰੇ 2021 ਵਿੱਚ ਸਰਕਾਰ ਦਾ ਕਿਸ ਤਰ੍ਹਾਂ ਦਾ ਵਿਚਾਰ ਹੈ। ਜੇ ਦੇਖਿਆ ਜਾਵੇ 2021 ਦੀ ਜਨਗਣਨਾ ਨੇ ਦੇਸ਼ ਵਿੱਚ, ਦੇਸ਼ ਦੀ ਰਾਜਨੀਤੀ ਵਿੱਚ ਦੋ ਵੱਡੇ ਸਵਾਲ ਪੈਦਾ ਕਰਕੇ ਇੱਕ ਭੁਚਾਲ ਪੈਦਾ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਇਸ ਦੇ ਸਮਰੱਥ ਨਹੀਂ ਹੈ ਕਿ ਜਾਤੀ ਆਧਾਰਿਤ ਜਨਗਣਨਾ ਜੋ 10 ਸਾਲ ਬਾਅਦ ਹੁੰਦੀ ਹੈ ਉਹ ਕਰਵਾ ਲਈ ਜਾਵੇ। ਦੂਸਰਾ ਕਿ ਜਾਤੀ ਆਧਾਰਿਤ ਜਨਗਣਨਾ ਦੇ ਨਾਲ ਸਾਡੇ ਦੇਸ਼ ਵਿੱਚ ਅੱਗੇ ਕਿਸ ਤਰ੍ਹਾਂ ਦਾ ਰਿਜ਼ਲਟ ਹੋਵੇਗਾ, ਕਿਸ ਤਰ੍ਹਾਂ ਦਾ ਤਰੀਕਾ ਹੋਵੇਗਾ, ਕਿਸ ਤਰ੍ਹਾਂ ਦਾ ਉਹਦਾ ਪ੍ਰਭਾਵ ਹੋਵੇਗਾ, ਇਹ ਚੀਜ਼ਾਂ ਨੂੰ ਸ਼ਾਇਦ ਸਰਕਾਰ ਸਮਝਦੀ ਹੋਈ ਨਾ ਸਮਝ ਹੈ। ਜੇ ਅਸੀਂ ਇਸ ਮਸਲੇ ਦੇ ਵਿੱਚ 1901 ਤੋਂ ਲੈ ਕੇ ਸ਼ੁਰੂ ਹੋਈ ਰਾਸ਼ਟਰੀ ਜਨਗਣਨਾ ਦੇ ਸੰਬੰਧ ਵਿੱਚ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਸ਼ੁਰੂ ਹੋਈ 1901 ਦੀ ਜਨਗਣਨਾ, 1911 ਦੀ ਜਨਗਣਨਾ ਅਤੇ 1931 ਦੀ ਜਨਗਣਨਾ ਦੇ ਵਿੱਚ ਸਾਰੀਆਂ ਦੇਸ਼ ਵਿੱਚ ਉਪਲਬਧ ਜਾਤੀਆਂ ਦੀ ਗਿਣਤੀ ਕਰਨ ਲਈ, ਗਿਣਤੀ ਕਰਕੇ ਉਸ ਟਾਈਮ ਲਗਭਗ 1147 ਜਾਤਾਂ ਜਿਹੜੀਆਂ ਨੇ ਉਹ ਰਿਕਾਰਡ ਵਿੱਚ ਆਈਆਂ। ਉਸ ਤੋਂ ਬਾਅਦ ਜਦੋਂ ਇਹ ਜਿਹੜੀ ਜਨਗਣਨਾ ਹੈ ਹਰ ਸਾਲ ਹੁੰਦੀ ਰਹੀ, ਉਸ ਤੋਂ ਬਾਅਦ ਜਦੋਂ ਮੰਡਲ ਕਮਿਸ਼ਨ ਦੀ ਸਥਾਪਨਾ ਹੋਣ ਵੇਲੇ ਜਦੋਂ ਇਹ ਚੀਜ਼ ਅਸੀਂ ਵਿਚਾਰੀ, ਦੇਸ਼ ਨੇ ਵਿਚਾਰੀ, ਤਾਂ ਇਹ ਜਾਤਾਂ ਦੇ ਵਿੱਚ ਘੱਟੋ ਘੱਟ 2.5 ਗੁਣਾ ਵਾਧਾ ਹੋਇਆ। ਉਹਦੇ ਵਿੱਚ ਲੋਕਾਂ ਨੇ ਜਿਹੜੀ SC ST ਨੂੰ ਆਰਕਸ਼ਣ ਸੀ ਉਸ ਦੇ ਆਧਾਰ 'ਤੇ ਦੇਖ ਕੇ, ਤੇ ਉਹਦਾ ਲਾਲਚ ਦੇਖ ਕੇ, ਉਹਦੀਆਂ ਗੱਲਾਂ ਦੇਖ ਕੇ ਬਹੁਤੇ ਲੋਕਾਂ ਨੇ ਆਪਣੇ ਆਪ ਨੂੰ OBC ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਐਸੀ ਵਿਸ਼ਮਤਾ, ਐਸੀ ਵਿਭਿੰਨਤਾ ਮਤਲਬ ਸ਼ਾਮਲ ਹੈ, ਐਸੀ ਵਿਭਿੰਨਤਾ ਹੈ ਜਿਹਦੇ ਰਾਹੀਂ ਕਿਸੇ ਸੂਬੇ ਦੇ ਵਿੱਚ ਕੋਈ ਜਾਤੀ OBC ਚਾਹੁੰਦੀ ਹੈ, ਕਿਸੇ ਸੂਬੇ ਦੇ ਵਿੱਚ ਕੋਈ ਜਾਤੀ ਜਿਹੜੀ ਹੈ ਉਹ SC ਚਾਹੁੰਦੀ ਹੈ, ਕੋਈ ST ਚਾਹੁੰਦਾ ਹੈ। ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਸਾਰ ਜਿਹੜੀ SC ST ਨੂੰ ਰਿਜ਼ਰਵੇਸ਼ਨ, ਆਰਕਸ਼ਣ ਦਿੱਤਾ ਗਿਆ ਸੀ, ਉਹ ਵੀ ਥੋੜ੍ਹੇ ਸਮੇਂ ਦਾ ਸੀ। ਸੰਵਿਧਾਨ ਦੇ ਵਿੱਚ, ਸੰਵਿਧਾਨ ਬਣਾਉਣ ਵਾਲਿਆਂ ਨੇ ਇਹ ਆਸ਼ਾ ਰੱਖ ਲਈ ਸੀ, ਇਹ ਵਿਸ਼ਵਾਸ ਕਰ ਲਿਆ ਸੀ ਕਿ ਦੇਸ਼ ਦੀਆਂ ਆਉਣ ਵਾਲੀਆਂ ਸਰਕਾਰਾਂ ਜ਼ਰੂਰ ਹੀ ਦੇਸ਼ ਦੇ ਪ੍ਰਬੰਧ ਨੂੰ ਇਸ ਤਰੀਕੇ ਨਾਲ ਚਲਾਉਣਗੀਆਂ ਕਿ ਜਿਹੜੀ ਥੋੜ੍ਹੇ ਸਮੇਂ ਲਈ SC ST ਲਈ ਰਿਜ਼ਰਵੇਸ਼ਨ ਸ਼ੁਰੂ ਕੀਤੀ ਹੈ ਉਹ ਵੀ ਸ਼ਾਇਦ ਜਲਦੀ ਹੀ ਖਤਮ ਕਰਕੇ ਦੇਸ਼ ਨੂੰ ਸਾਵੇਂ ਪੱਧਰ 'ਤੇ ਲਿਆ ਕੇ ਖੜਾ ਕੀਤਾ ਜਾਵੇਗਾ। ਹਾਲਾਤ ਐਸੇ ਬਣਦੇ ਗਏ। ਉਸ ਤੋਂ ਬਾਅਦ ਆਰਟੀਕਲ 341 ਦੇ ਮੁਤਾਬਕ ਇੱਕ ਇਹ ਵੀ ਪ੍ਰਾਵਧਾਨ ਸੀ ਸੰਵਿਧਾਨ ਦੇ ਵਿੱਚ ਕਿ SC ST ਨੂੰ ਛੱਡ ਕੇ ਜਿਹੜੇ ਹੋਰ ਜਾਤਾਂ ਐਸੀਆਂ ਹਨ ਜਿਹੜੀਆਂ
SEBC ਚਾਹੁੰਦੀਆਂ ਨੇ, ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ, ਉਹਨਾਂ ਨੂੰ ਵੀ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਹਨ। ਇਹਦੇ ਲਈ ਮੰਡਲ ਕਮਿਸ਼ਨ ਦਾ ਸਾਡੇ ਕੋਲ ਵਿਚਾਰ ਵਟਾਂਦਰਾ ਬੜਾ ਸੋਹਣਾ ਸਾਰੀ ਦੁਨੀਆ ਨੂੰ ਪਤਾ ਹੈ, ਸਾਰੇ ਭਾਰਤ ਵਾਸੀਆਂ ਨੂੰ ਪਤਾ ਹੈ। ਮੰਡਲ ਕਮਿਸ਼ਨ ਦੀ ਜਦੋਂ ਸੰਰਚਨਾ ਹੋਈ, ਮੰਡਲ ਕਮਿਸ਼ਨ ਦੀ ਜਦੋਂ ਰਿਪੋਰਟ ਪੇਸ਼ ਕੀਤੀ ਗਈ, ਉਹਦੇ ਵਿੱਚ ਇੱਕੋ ਇੱਕ ਜਿਹੜਾ ਦਲਿਤ ਮੈਂਬਰ ਸੀ, ਉਸ ਨੇ ਇਹ ਕਹਿ ਦਿੱਤਾ ਸੀ ਕਿ ਜਿਹੜੇ SC ST ਹਨ, ਇਹਨਾਂ ਦਾ ਬਿਲਕੁਲ ਕਲੀਅਰ ਹੈ, ਐਜੂਕੇਸ਼ਨਲੀ ਸੋਸ਼ਲੀ ਬਹੁਤ ਬੈਕਵਰਡ ਨੇ, ਇਹਨਾਂ ਦੀ ਰੈਜ਼ਰਵੇਸ਼ਨ ਚੱਲ ਰਹੀ ਹੈ, ਚੱਲਦੀ ਰਹੇ, ਕੋਈ ਹਰਜ ਨਹੀਂ ਹੈ। ਪਰੰਤੂ ਜਿਹੜੀਆਂ ਅਦਰ ਬੈਕਵਰਡ ਕਲਾਸਿਸ ਸੀ, ਉਹਦੇ ਵਿੱਚ ਪਟੇਲ, ਮਰਾਠੇ, ਜਾਟ, ਇਸ ਤਰ੍ਹਾਂ ਬਹੁਤ ਸਾਰੀਆਂ ਜਾਤਾਂ ਹਨ, ਹੋਰ ਜਾਤਾਂ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਬੰਦੇ, ਬਹੁਤ ਸਾਰੇ ਪਰਿਵਾਰ ਜ਼ਮੀਨਾਂ ਦੇ ਮਾਲਕ ਸੀ, ਇਕਨੋਮਿਕਲੀ ਸਾਊਂਡ ਸੀ, ਐਜੂਕੇਸ਼ਨਲੀ ਫਾਰਵਰਡ ਸੀ। ਉਸ ਦਲਿਤ ਮੈਂਬਰ ਨੇ ਕਿਹਾ ਸੀ ਕਿ ਜਿਹੜੇ ਲੋਕ ਬਹੁਤ ਜਾਂ ਅੱਛਾ ਖਾਂਦੇ ਪੀਂਦੇ ਹਨ, ਜ਼ਮੀਨ ਦੇ ਮਾਲਕ ਹਨ, ਟ੍ਰੇਡ ਕਮਰਸ ਦੇ ਮਾਲਕ ਹਨ, ਉਹਨਾਂ ਨੂੰ ਇਸ ਰੈਜ਼ਰਵੇਸ਼ਨ ਦੇ, ਇਸ ਲਿਸਟ ਦੇ ਵਿੱਚੋਂ ਬਾਹਰ ਰੱਖਣ ਦਾ ਕੋਈ ਤਰੀਕਾ ਬਣਾਇਆ ਜਾਵੇ, ਨਹੀਂ ਤਾਂ ਫਿਰ ਇੱਕ ਤਰ੍ਹਾਂ ਦੀ ਭਗਦੜ ਮਚ ਜਾਏਗੀ। ਹੁਣ ਇਸ ਭਗਦੜ ਦੇ ਵਿੱਚ, ਇਸ ਸਿਸਟਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਮੰਡਲ ਕਮਿਸ਼ਨ ਦੀ ਲਾਗੂ ਕੀਤਾ VP ਸਿੰਘ ਨੇ, ਤਾਂ ਉਸ ਵੇਲੇ ਕੋਈ ਬਹੁਤੀ ਵਿਚਾਰ ਵਟਾਂਦਰਾ, ਬਹੁਤਾ ਸੋਚ ਵਿਚਾਰ ਨਹੀਂ ਕੀਤੀ ਗਈ, ਐਜ਼ ਇਟ ਇਜ਼ ਨੂੰ ਲਾਗੂ ਕਰ ਦਿੱਤਾ ਗਿਆ। ਔਰ ਉਸ ਲਾਗੂ ਕਰਨ ਦੇ ਨਾਲ ਉਸ ਵੇਲੇ ਦੇਸ਼ ਵਿੱਚ ਕਿਸ ਤਰ੍ਹਾਂ ਦਾ ਕੋਹਰਾਮ ਮਚਿਆ, ਸਭ ਨੂੰ ਪਤਾ ਹੈ। ਇਸ ਕੋਹਰਾਮ ਦਾ ਅਸਲ ਕਾਰਨ ਇਹ ਹੈ ਕਿ ਜਿਹੜੇ ਅਦਰ ਬੈਕਵਰਡ ਕਲਾਸਿਸ ਦੇ ਵਿੱਚ ਖਾਂਦੇ ਪੀਂਦੇ ਲੋਕ ਹਨ, ਉਹ ਬੰਦਿਆਂ ਨੂੰ ਰੈਜ਼ਰਵੇਸ਼ਨ ਦਾ, ਆਰਕਸ਼ਣ ਦਾ ਫਾਇਦਾ ਮਿਲਣਾ ਸ਼ੁਰੂ ਹੋਇਆ। ਔਰ ਜਿਹੜੇ ਉਹਨਾਂ ਦੇ ਕਾਊਂਟਰ ਪਾਰਟ, ਜਿਹੜੇ ਉਹਨਾਂ ਦੇ ਸਾਥੀ ਸੀ, ਜਿਹੜੇ ਸਾਧਨਹੀਣ ਸੀ, ਜਿਨ੍ਹਾਂ ਦਾ ਆਰਥਿਕ ਪੱਧਰ ਵਧੀਆ ਨਹੀਂ ਸੀ, ਜਿਹੜੇ ਸਿੱਖਿਅਤਕ ਤੌਰ 'ਤੇ ਬਹੁਤ ਬੈਕਵਰਡ ਸੀ, ਉਹਨਾਂ ਬੰਦਿਆਂ ਨੂੰ ਫਿਰ ਇਹ ਹਾਰਟ ਬਰਨਿੰਗ ਹੋਈ। ਉਸ ਹਾਰਟ ਬਰਨਿੰਗ ਦੇ ਵਿੱਚੋਂ ਉਹਨਾਂ ਨੂੰ ਇੱਕ ਰਾਜਨੀਤਿਕ ਚੇਤਨਾ ਵੀ ਜਾਗੀ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਛੋਟੀਆਂ ਜਾਤੀਆਂ ਨੇ, ਜਾਤੀ ਆਧਾਰਿਤ ਰਾਜਨੀਤਿਕ ਪਾਰਟੀਆਂ ਬਣੀਆਂ ਹੋਈਆਂ ਨੇ। ਔਰ ਉਹ ਪਾਰਟੀਆਂ ਜਿਹੜੀਆਂ ਨੇ, ਜਦੋਂ ਤਾਂ ਰਾਜਨੀਤਿਕ ਲਾਭ ਉੱਪਰਲਾ ਲੈਣਾ ਹੈ, ਫਿਰ ਉਹ ਬੜੀਆਂ ਪਾਰਟੀਆਂ ਨਾਲ ਸਮਝੌਤਾ ਕਰਦੇ ਹੈ, ਬੜੀਆਂ ਪਾਰਟੀਆਂ ਨਾਲ ਸੌਦੇਬਾਜ਼ੀ ਕਰਦੇ ਹੈ। ਪਰ ਜਦੋਂ ਜਿਹੜੇ ਜਿਨ੍ਹਾਂ ਦੀ ਉਹ ਰਿਪਰਜੈਂਟੇਸ਼ਨ ਕਰਦੇ ਹਨ, ਜਿਨ੍ਹਾਂ ਦਾ ਉਹ ਵਿਚਾਰ ਵਟਾਂਦਰਾ ਕਰਦੇ ਹਨ, ਜਿਨ੍ਹਾਂ ਦੇ ਸਿਰ 'ਤੇ ਉਹਨਾਂ ਦੀ ਪਾਰਟੀ ਬਣੀ ਹੈ, ਉਹਨਾਂ ਦਾ ਸਮਾਜਿਕ ਆਰਥਿਕ ਪੱਧਰ ਚੱਕਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੀ ਪਾਰਟੀ, ਸਭ ਤੋਂ ਜ਼ਿਆਦਾ ਅਸੀਂ ਜੇ ਦੇਖੀਏ ਤਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਵੱਲ ਦੇਖਦੇ ਹਾਂ ਅਸੀਂ। ਉਹ, ਮੈਂ ਉਹਨਾਂ ਬਾਰੇ ਮਤਲਬ ਉਹਨਾਂ ਦਾ ਹੋਰ ਗੱਲ ਡਿਟੇਲ ਨਹੀਂ ਦੱਸੂਗਾ, ਪਰ ਉਹ ਆਪਣੇ ਆਪ ਨੂੰ ਪ੍ਰਗਤੀਵਾਦੀ ਮੁੱਖ ਮੰਤਰੀ ਕਹਾਉਂਦੇ ਨੇ। ਔਰ ਉਸ ਸਟੇਟ ਦੇ ਵਿੱਚ ਉਹ 10-11 ਪਾਰਟੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਕਿ ਜਾਤੀ ਆਧਾਰਿਤ ਜਿਹੜੀ ਜਨਗਣਨਾ ਉਹ ਹੋਣੀ ਚਾਹੀਦੀ ਹੈ। ਹੁਣ ਇਹ ਜਿਹੜਾ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ, ਇਹਦੇ ਵਿੱਚੋਂ ਆਪਾਂ ਨੂੰ ਲਗਭਗ ਸਾਰਿਆਂ ਨੂੰ ਪਤਾ ਹੈ ਕਿ 1931 ਤੋਂ ਬਾਅਦ ਇੱਕ ਐਸਾ ਐਨਾਲਿਸਿਸ ਕੀਤਾ ਗਿਆ ਜਿਹੜਾ ਸੋਸ਼ਲੀ, ਐਜੂਕੇਸ਼ਨਲੀ, ਕਾਸਟ ਬੇਸਿਸ 'ਤੇ ਕੀਤਾ ਗਿਆ। ਉਹਨੂੰ ਅਸੀਂ ਸੈਂਸਸ ਨਹੀਂ ਕਹਿੰਦੇ। ਖਾਸ ਕਰਕੇ ਜਿਹੜੀ 2011 ਦੀ ਜਨਗਣਨਾ ਹੈ, ਉਹਦੇ ਵਿੱਚ ਇੰਨੀਆਂ ਗਲਤੀਆਂ ਨੇ, ਬਹੁਤ ਸਾਰੀਆਂ ਅਜੀਬ ਤਰ੍ਹਾਂ ਦੀਆਂ ਗਲਤੀਆਂ ਨੇ, ਜਿਹੜੀਆਂ ਕਿ ਅੱਜ ਤੱਕ ਵੀ ਠੀਕ ਨਹੀਂ ਹੋਈਆਂ। ਸਾਡੇ ਕੋਲ 2021 ਦੀ ਜਨਗਣਨਾ ਜਿਹੜੀ ਹੈ ਉਹ ਦੁਬਾਰੇ ਸਿਰ 'ਤੇ ਖੜੀ ਹੈ। ਅਸਲ 'ਚ ਹੁਣ ਜੇ ਮੈਂ ਸ਼ੁਰੂ 'ਚ ਦੱਸਦਾ ਇਸ ਗੱਲ ਬਾਰੇ, ਜਨਗਣਨਾ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਾਸੀ ਹਨ, ਉਹ ਕਿੰਨੇ ਕੁ ਭੁੱਖੇ ਹਨ, ਕਿੰਨੇ ਕੁ ਤਿਹਾਏ ਹਨ, ਕਿੰਨੀ ਕੁ ਉਹਨਾਂ ਦੀ ਐਜੂਕੇਸ਼ਨਲ ਪ੍ਰੋਗਰੈਸ ਹੋਈ ਹੈ, ਕਿੰਨੇ ਕੁ ਉਹਨਾਂ ਕੋਲ ਆਰਥਿਕ ਸਾਧਨ ਹਨ, ਕਿੰਨਾ ਕੁ ਉਹਨਾਂ ਦਾ ਸਮਾਜਿਕ ਵਿਕਾਸ ਹੋਇਆ ਹੈ। ਹੁਣ ਸਾਡੇ ਦੇਸ਼ ਵਿੱਚ ਸਮਾਜਿਕ ਵਿਕਾਸ ਹੋਣ ਵੇਲੇ ਇਹ ਚੀਜ਼ ਬਿਲਕੁਲ ਸਾਹਮਣੇ ਆਉਂਦੀ ਹੈ ਕਿ ਕਿਹੜਾ ਬੰਦਾ ਕਿਸ
ਫਿਰਕੇ 'ਚੋਂ ਆਉਂਦਾ ਹੈ, ਕਿਸ ਜਾਤੀ 'ਚੋਂ ਆਉਂਦਾ ਹੈ, ਕਿਸ ਧਰਮ ਵਿੱਚੋਂ ਆਉਂਦਾ ਹੈ। ਧਰਮ ਨੂੰ ਵੀ ਜੇ ਅਸੀਂ ਇੱਕ ਸਾਈਡ 'ਤੇ ਕਰ ਦਈਏ ਤਾਂ ਬਹੁਤ ਸਾਰੇ ਮਤਲਬ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਸਾਡੇ ਸੰਵਿਧਾਨ ਦਾ ਸਭ ਤੋਂ ਪਹਿਲਾ ਮੂਲ ਮੰਤਰ ਹੈ, ਇਕੁਐਲਿਟੀ, ਫਰਟਰਨਿਟੀ ਐਂਡ ਲਿਬਰਟੀ, ਇਕੁਐਲਿਟੀ, ਲਿਬਰਟੀ ਐਂਡ ਫਰਟਰਨਿਟੀ ਜਿਹੜੀ ਹੈ, ਜੇ ਅਸੀਂ ਇਹ ਤਿੰਨ ਸਿਧਾਂਤ ਹੁਣ ਤੱਕ ਲਾਗੂ ਕਰ ਦਿੱਤੇ ਹੁੰਦੇ ਤਾਂ ਸ਼ਾਇਦ ਹੋ ਸਕਦਾ ਕਿ ਸਾਡੇ ਦੇਸ਼ ਦੇ ਵਿੱਚ ਅਸੀਂ ਕਾਸਟਲੈਸ ਸੁਸਾਇਟੀ ਬਣਾ ਲਈ ਹੁੰਦੀ। ਪਰ ਕਿਉਂਕਿ ਸੰਵਿਧਾਨ ਦੇ ਨਿਰਮਾਤਾਵਾਂ ਨੇ ਵੀ ਇਹ ਕਿਹਾ ਸੀ ਕਿ ਸੰਵਿਧਾਨ ਬਹੁਤ ਚੰਗਾ ਹੈ, ਇਹਨੂੰ ਜੇ ਲਾਗੂ ਕਰਨ ਵਾਲੇ ਚੰਗੇ ਹੋਣਗੇ ਚੱਲਦਾ ਰਹੇਗਾ, ਵਧੀਆ ਕੰਮ ਨਿਕਲੇਗਾ। ਜੇ ਚੰਗੇ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਬੰਦੇ ਆਪਣੇ ਹਿਸਾਬ ਨਾਲ ਸਾਰੀ ਤੋੜ ਮਰੋੜ ਕਰਨਗੇ ਤਾਂ ਇਹ ਸੰਵਿਧਾਨ ਵੀ ਬਹੁਤੀ ਹੈਲਪ ਨਹੀਂ ਕਰੇਗਾ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਬੀਜੇਪੀ ਦੇ, ਕਾਂਗਰਸ ਦੇ, ਸੰਸਦ ਦੇ ਵਿੱਚ, ਸੰਸਦ ਤੋਂ ਬਾਹਰ ਸਾਰੇ ਲੋਕ ਕਹਿੰਦੇ ਆ ਕਿ ਰਾਜਨੀਤੀ ਜਿਹੜੀ ਜਨਗਣਨਾ ਹੈ ਉਹ ਜਾਤ ਆਧਾਰਿਤ ਹੋਣੀ ਚਾਹੀਦੀ ਹੈ। ਪੰਜਾਬ ਦੇ ਇੱਕ ਅਖਬਾਰ ਨੇ ਤਾਂ ਇਹ ਵੀ ਕਿਹਾ ਕਿ ਛੋਟੀਆਂ ਪਾਰਟੀਆਂ ਜਿਹੜੀਆਂ ਜਾਤੀ ਆਧਾਰਿਤ ਪਾਰਟੀਆਂ ਬਣੀ ਨੇ ਉਹ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਕਰਨ, ਸਮਝ ਆਉਂਦਾ ਹੈ, ਪਰ ਬੀਜੇਪੀ ਔਰ ਕਾਂਗਰਸ ਕਿਉਂ ਕਰਦੀ ਹੈ ਇਹਦੀ ਸਮਝ ਨਹੀਂ ਆਉਂਦੀ ਹੈ। ਇੱਥੇ ਮੈਂ ਉਸ ਜਿਹੜਾ ਵਰਨੈਕੂਲਰ ਪੰਜਾਬੀ ਦਾ ਪੱਤਰ ਹੈ ਉਸ ਦੇ ਐਡੀਟਰ ਨੂੰ ਇਹ ਤਾਕੀਦ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ, ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਲੋਕ, ਬਹੁਤ ਸਾਰੇ MLA, ਬਹੁਤ ਸਾਰੇ MP ਇਹੋ ਜਿਹੇ ਹਨ ਜਿਹੜੇ ਇਮਾਨਦਾਰ ਹਨ ਔਰ ਉਹਨਾਂ ਨੇ ਇੰਨਾ ਸਰਮਾਇਆ ਨਹੀਂ ਇਕੱਠਾ ਕੀਤਾ ਜਿੰਨਾ ਸਾਡੇ ਦੇਸ਼ ਦੇ ਲੋਕਾਂ ਨੇ ਸਮਝਦੇ ਆ ਵੀ MP ਬਣ ਕੇ, MLA ਬਣ ਕੇ ਕਰ ਲੈਂਦੇ ਆ। ਸੋ ਮੇਰੇ ਮੁਤਾਬਕ ਉਹ ਸਾਰੇ ਲੋਕ, ਸਾਡੇ ਮੁਤਾਬਕ ਉਹ ਸਾਰੇ ਲੋਕ ਜਿਹੜੇ ਮਾਨਵਤਾਵਾਦੀ, ਮਾਨਵਤਾ ਪੱਖੀ ਗੱਲ ਕਰਦੇ ਹਨ, ਉਹਨਾਂ ਨੂੰ ਉਹ ਜੇ ਇਹ ਕਹਿੰਦੇ ਹਨ ਕਿ ਰਾਜਨੀਤਿਕ ਜਿਹੜੀ ਜਨਗਣਨਾ ਹੈ ਜਾਤੀ ਆਧਾਰਿਤ ਹੋ ਜਾਵੇ, ਉਹ ਵੀ ਪੋਲੀਟੀਕਲ ਹਨ। ਜਿਹੜੇ ਕਹਿੰਦੇ ਨਹੀਂ ਹੋਣੀ ਚਾਹੀਦੀ ਉਹ ਵੀ ਪੋਲੀਟੀਕਲ ਹਨ, ਕਿਉਂਕਿ ਅੱਜ ਦੀ ਰਾਜਨੀਤੀ ਦਾ, ਭਾਰਤੀ ਰਾਜਨੀਤੀ ਦਾ ਇਹ ਮੁੱਖ ਮੁੱਦਾ ਬਣ ਚੁੱਕਿਆ ਕਿ ਜਾਤੀ ਆਧਾਰਿਤ ਜਨਗਣਨਾ ਹੋਵੇ ਕਿ ਨਾ ਹੋਵੇ। ਸੋ ਇਸ ਸੰਦਰਭ ਦੇ ਵਿੱਚ, ਇਸ ਪੱਖ ਤੋਂ ਜੇ ਅਸੀਂ ਵਿਚਾਰ ਕਰੀਏ ਤਾਂ ਅਸੀਂ ਇਹ ਸਿੱਟੇ 'ਤੇ ਪਹੁੰਚਦੇ ਹਾਂ ਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਕ, ਮੈਂ ਇਹਦੇ ਵਿੱਚ ਸੰਵਿਧਾਨ ਦੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰਾ ਵਿਸਤ੍ਰਿਤ ਹੈ, ਬਹੁਤ ਸਾਰਾ ਵਿਚਾਰ ਨਹੀਂ ਕਰਨ ਦੇ ਸਮਰੱਥ ਹਾਂ, ਪਰ ਮੈਂ ਇੱਕ ਗੱਲ ਕਹੂੰਗਾ ਕਿ ਦੇਸ਼ ਦੇ ਸੰਵਿਧਾਨ ਦੀ ਇਕੁਐਲਿਟੀ, ਲਿਬਰਟੀ, ਇਕੁਐਲਿਟੀ, ਫਰਟਰਨਿਟੀ ਦੀ ਜੇ ਕਨਸੈਪਟ ਨੂੰ ਦੇਸ਼ ਦੀਆਂ ਸਰਕਾਰਾਂ ਨੇ, ਹੁਣ ਵਾਲੀਆਂ ਨੇ, ਪਹਿਲਾਂ ਵਾਲੀਆਂ ਨੇ ਅਪਣਾਇਆ ਹੁੰਦਾ ਤਾਂ ਸ਼ਾਇਦ ਸਾਨੂੰ ਅੱਜ ਜਿਹੜੀ ਜਾਤੀ ਆਧਾਰਿਤ ਜਨਗਣਨਾ ਕਰ ਰਹੇ ਹਾਂ, ਕਰਨ ਦੇ ਵਿੱਚ ਕਲੇਸ਼ ਪੈ ਰਿਹਾ ਹੈ, ਸ਼ਾਇਦ ਇਹ ਨਾ ਹੁੰਦਾ। ਇੱਕ ਗੱਲ ਦੂਸਰੀ ਹੋਰ ਅਸੀਂ ਬੜਾ ਵਿਚਾਰ ਕਰਕੇ ਦੇਖ ਸਕਦੇ ਹਾਂ ਕਿ ਸਾਡਾ ਦੇਸ਼ ਜਿਹੜਾ ਹੈ, ਜਿਹਨੂੰ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਇਹ ਅੱਜੇ ਨਹੀਂ ਬਣਿਆ ਹੈ, ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਸਦੀਆਂ ਤੋਂ ਚੱਲਦੇ ਚੱਲਦੇ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜਾ ਬੁੱਧ ਧਰਮ ਦਾ ਪੀਰੀਅਡ ਚੱਲ ਰਿਹਾ ਹੈ ਉਹਦੇ ਵਿੱਚ ਕਾਸਟਲੈਸ ਸੁਸਾਇਟੀ ਸੀ। ਜਿਹੜਾ ਵੀ ਬੰਦਾ ਮਾੜਾ ਮੋਟਾ ਪੜ੍ਹਿਆ ਲਿਖਿਆ ਉਹਨੂੰ ਹਰੇਕ ਨੂੰ ਪਤਾ ਹੈ ਕਿ ਬੁੱਧ ਧਰਮ ਦੇ ਵਿੱਚ ਕਾਸਟਲੈਸ ਸੁਸਾਇਟੀ ਸੀ। ਸੁਸਾਇਟੀ ਨੂੰ ਮਤਲਬ ਹਰ ਬੰਦੇ ਨੂੰ ਮਾਨਵਤਾ ਪੱਖ ਤੋਂ ਦੇਖਿਆ ਜਾਂਦਾ ਸੀ। ਤਾਂ ਅਸੀਂ ਇਹ ਵੀ ਨਹੀਂ ਕਹਿੰਦੇ ਹਾਂ ਕਿ ਮਤਲਬ ਉਦੋਂ SC ਸੀ, BC ਸੀ, ਕੌਣ ਨਹੀਂ ਸੀ, ਪਰੰਤੂ ਜਿਹੜਾ ਸਾਡੇ ਦੇਸ਼ ਦਾ ਉਹ ਪੀਰੀਅਡ ਹੈ ਉਹ ਮੈਂ ਸੋਚਦਾ ਕਿ ਮਾਨਵਤਾ ਪੱਖ ਤੋਂ ਬੜਾ ਗੋਲਡਨ ਪੀਰੀਅਡ ਹੈ। ਜੇ ਅਸੀਂ ਥੋੜ੍ਹੀਆਂ ਵਿਚਾਰਾਂ ਹੋਰ ਕਰਦੇ ਜਾਈਏ ਤਾਂ ਮੁਗਲ ਧਰਮ ਦੇ ਵਿੱਚ, ਮੁਗਲ ਰਾਜ ਦੇ ਵਿੱਚ ਜਾਂ ਹਿੰਦੂ ਰਾਜ ਦੇ ਵਿੱਚ, ਜਾਂ ਇਹਨੂੰ ਅਸੀਂ ਪੱਕੇ ਤੌਰ 'ਤੇ ਜੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਪੜ੍ਹਨਾ ਹੋਵੇ ਤਾਂ ਸਾਡੇ ਦੇਸ਼ ਦਾ ਸਿਸਟਮ ਹੁਣ ਤੱਕ ਇਹ ਚੱਲਦਾ ਰਿਹਾ ਕਿ ਇਹਨੂੰ ਜਾਤ ਆਧਾਰਿਤ ਬਣਾਇਆ ਗਿਆ, ਜਾਣ ਕੇ ਹੀ ਬਣਾਇਆ ਗਿਆ। ਔਰ ਜਿਹੜੇ ਬੰਦਿਆਂ ਨੇ ਇਹਨੂੰ ਜਾਣ ਕੇ ਬਣਾਇਆ, ਜਾਂ ਤਾਂ ਉਹਨਾਂ ਦੀ ਅਸੀਂ ਭਾਵਨਾ ਸਮਝ ਲਈਏ ਜਾਂ ਉਹਨਾਂ ਦੇ ਅਸੀਂ ਵਿਚਾਰ ਸਮਝ ਲਈਏ, ਜੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਔਰ ਸਾਡੇ ਵਿਚਾਰਾਂ ਦੇ ਵਿੱਚ ਕੰਟਰਾਡਿਕਸ਼ਨ ਆਉਂਦੀ ਹੈ ਤਾਂ ਜਿਹੜੇ ਅੱਜ ਥੋੜ੍ਹੇ ਬਹੁਤੇ ਕੀ ਬਹੁਤ ਵੱਡੇ ਜਿਹੜੇ ਸਾਡੇ ਸਮੱਸਿਆਵਾਂ ਨੇ ਪੈਦਾ ਹੋਈਆਂ ਵੀ ਉਹ ਹੁੰਦੀਆਂ ਹੀ ਰਹਿਣਗੀਆਂ ਔਰ ਉਹ ਛੇਤੀ ਖਤਮ ਨਹੀਂ ਹੋਣ ਵਾਲੀਆਂ। ਹੁਣ ਇੱਥੇ ਜੇ ਅਸੀਂ ਮਤਲਬ ਕੀ ਹੈ ਪੰਜਾਬ 'ਚ ਬੈਠੇ, ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ
अपना परिवार वार के, गुरु साहब ने अपना विचार वटांदरा दे के, गुरु साहब ने अपनी सिक्ख्या दे के सानू पंजाबियां नू मानवतावादी बनाया है, जरूर बनाया। और जिन्ने क असीं वध तो वध बनते हाँ उन्ना के मैनू लगता है कि साडे पंजाब दे विच सुधार है। हुण पंजाब दी अपणियां समस्यावां बहुत सारियां ने, पर जे असीं जिस पक्ष तो, जिस सिस्टम तो असीं पिछले पासे पढ़ते आ रहे हैं, समझते आ रहे हैं, तो उहदे विच सानू लगता है कि पंजाब दे विच मुकाबलतन दूजियां स्टेटां दे मानवतावादी गल्लां वध हुंदियां। ये मैं कहूँगा कि पंजाब दे पढ़े लिखे लोगों का, या पंजाब दे लोगों दे विच जिहड़ा गुरु साहब ने फलसफा परोया है, ये उहदे करके है। हाँ, पंजाब दे विच भी हो सकता है जे जाति आधारित जनगणना, जिवें हुण केंद्र सरकार ने कहता कि बई स्टेट्स अपने हिसाब नाल कर लैण। मेरे मुताबिक तो जिहड़ी जिन्ने क असीं पढ़े लिखे असीं कह सकते हैं कि केंद्र नूं ये चीज़, उहदे कोल रिसोर्सिस बहुत है, उहदे कोल पावर बहुत है, उहदे कोल दिमाग बहुत है, उन्होंने ये चीज़ नहीं करनी चाहिए सी। अपने तौर पर फैसला करके राज्यां नूं मतलब कि दिशा निर्देश देना चाहिए सी, ते उस दिशा निर्देश दे राहीं ऐसी जनगणना का हिसाब किताब करना चाहिए सी जिहड़ी कि हुण जे असीं कहीए भी 1931 तो जनगणना हुई, उहदे विच सारियां जातां गिणियां गईयां, थोड़ियां सी, उस तो बाद गिणियां गईयां 2.5 गुणा वध गईयां। ते अज तां जिहदी गिणती करनी होवे शायद, क्योंकि जिहड़ा आरक्षण का लाभ है ये लैण लई कई बंदे किसी किसी तरीका दे अपने हथकंडे वरतदे हैं। हाँ, ये इहदे विच एक आरक्षण का मैं अपने तौर पर, जिवें साडे एक अखबार के एडिटर ने भी कहा भी जिहड़े आरक्षण लै रहे हैं जां जिहड़े जातिगत जनगणना के आधार पर आरक्षण लैण की कोशिश कर रहे हैं, उन्हां लोकां नूं ये विचार करना चाहिए कि संविधान दे विच ये लिखिआ है कि जिहड़े लोग SEBC हैं, सोशली एजुकेशनली एंड बैकवर्ड हैं, उन्होंने ही मतलब की है ये रिजर्वेशन आरक्षण का लाभ मिलना है। तो ये विचों खास करके OBC दे विचों भी और दूजियां आरक्षित जातां विचों भी बहुत सारे लोग ऐसे बन गए हैं, ऐसे पनप गए हैं जिन्हां दे कोल आर्थिक साधन तो भावें बहुत हो गए ने, समाजिक तौर पर उन्हां दा रुतबा जो मर्जी होवे, वो भी सुधार, उहदे च भी सुधार होया, आर्थिक तौर पर उन्हां दे रुतबा जिहड़ा वधिया है। और वो आर्थिक तौर पर जिहड़ा रुतबा वधिया है उहदे मुताबक असीं ये कह सकते हैं कि जिहड़े उन्हां दे विच गरीब रह गए, मतलब सोशली एजुकेशनली बैकवर्ड रह गए, एसियां विच भी बहुत हैगे, BCA च तां बहुत ज़्यादा हैगे आ। और इन्हां सारिਆਂ वास्ते हुण सरकार दा परपज़ ये है कि असी जातिगत जनगणना करके असी उन्हां लोकां दा लाभ पहुँचाइए जिन्हां कोल देश के विकास का लाभ नहीं पहुँचया। पर बहुते लोगों का विचार ये है, बहुते लोगों ने यह सोच रखा है, खास करके जातिगत जनगणना नूं जिहड़ा जात के आधार पर गिणन वाले जिहड़ा विरोध करते हैं, वो विरोध सिर्फ ये करते हैं कि ये नाल एक होर ऐसी क्लास, ऐसी जमात पैदा होएगी जिहड़ी कि आर्थिक साधन ते आर्थिक तौर पर बड़ी संपन्न बन जाएगी और आरक्षण का लाभ भी रहिंदी रहेगी। सो ये चीज़ों को विचार करने लई सारियां पार्टियां नूं इकट्ठे होना और सारे सिस्टम नूं मतलब इस तरीके नाल चलाउणा बनदा है कि असीं सारे समाज दे विच मानवतावादी विचार पनपा सकीए और असी जिहड़ी मनुख तो मनुख की लुट है उन्हें दूर कर सकीए, ते असी होर ऐसे जिहड़े देश हैं, जिहड़े विकासशील देश हैं या विकास कर चुके देश हैं, उन्हां दी लाइन विच खड़े हो सकीए। नहीं तो फिर साडा देश जिहड़ा इन्हां जाति के चक्करां कुचक्करां दे विच उलझ के लंघ जाएगा। सो मेरा साडा अपना सारा दा ये विचार बनता है, मेरा तो पर्सनल विचार ये बनता है कि देयर शुड बी ए कास्टलैस सोसाइटी और देयर शुड बी नो कास्ट इन द कंट्री। जे देश विच कोई जाति नहीं होएगी, इस तरीके नाल बनाया जा सकता सरकार का प्रबंध कि असी इन्हां नूं एक सिस्टम च बनदी है, एक आर्थिक पद्धर ते लिया के खड़ाइए, ना कि जात के पद्धर ते इन्हां नूं खड़ा के रखीए। धन्यवाद।